ਦੇ ਇਲੈਕਸ਼ਨ ਆ ਰਹੇ ਉਹਦੇ ਕੋਲ ਹੀ ਮਤਲਬ ਬੇਅਦਬੀ ਮਤਲਬ 24 ਘੰਟੇ ਦੋ ਜਗ੍ਹਾ ਤੇ ਹੋ ਗਈ ਜੀ, ਕਿਸ ਤਰੀਕੇ ਨਾਲ ਦੇ ਦਿਓ ਅਸੀਂ? ਖਾਲਸਾ ਸੋਜੋ ਚੜੇ ਤਰੰਗ, ਖਾਲਸਾ ਸੋਜੋ ਕਰੇ ਨਿਤ ਜੰਗ, ਖਾਲਸਾ ਸੋਜੋ ਸ਼ਸਤਰ ਕੋ ਧਾਰੇ, ਖਾਲਸਾ ਸੋਜੋ ਦੁਸ਼ਟ ਕੋ ਮਾਰੇ। ਇਹ ਖਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਹੁਣ ਸਾਨੂੰ ਖਾਲਸਾ ਪੰਥ ਨੂੰ ਆਪਣੇ ਜਿਹੜੇ ਰਵਾਇਤ ਆ ਸਾਡੀ ਉਹਦੇ ਅਨੁਸਾਰ ਜਿਹੜੇ ਦੁਸ਼ਟ ਨੇ ਚੜ੍ਹ ਕੇ ਆਉਂਦੇ ਨੂੰ ਸਜ਼ਾ ਦਿਓ। ਪਹਿਲਾਂ ਸਿੰਘੂ ਬਾਰਡਰ ਤੇ ਬਾਬਾ ਜੀ ਨੇ ਦੱਸਿਆ, ਫਿਰ ਹਰਿਮੰਦਰ ਸਾਹਿਬ ਤੇ ਅੱਜ ਨਿਜ਼ਾਮਪੁਰ ਕਪੂਰਥਲੇ ਝਟਕਾਤਾ। ਮੈਂ ਸਾਰੇ ਜਿੰਨਾ ਸਿੰਘਾਂ ਨੇ ਸੋਧਿਆ ਮੈਂ ਉਹਨਾਂ ਨੂੰ ਵਧਾਈ ਪਾਤਰ ਕਹਿਣਾ ਵੀ ਵਧਾਈ ਦੇ ਪਾਤਰ ਹੋ ਤੁਸੀਂ। ਬਿਲਕੁਲ ਹੁਣ ਜਿਹੜੇ ਦੁਸ਼ਟ ਨੇ ਉਹ ਕੰਨ ਖੋਲ੍ਹ ਕੇ ਸੁਣ ਲੈਣ, ਨਾਲੇ ਜਿਹੜੇ ਬੇਅਦਬੀਆਂ ਕਰਾਉਂਦੇ ਨੇ ਜੇ ਸਾਨੂੰ ਪਤਾ ਲੱਗੇ ਫਲਾਣੇ ਬੰਦੇ ਨੇ ਬੇਅਦਬੀ ਕਰਾਈ ਆ, ਉਹਨਾਂ ਦੇ ਸਣੇ ਬੱਚੇ ਗੱਡੀ ਚਾੜਾਂਗੇ ਘੋੜਿਆਂ ਦੇ ਮਗਰ ਪਾ ਘੜੀਸਾਂਗੇ। ਸੁਣ ਲਓ ਤੁਸੀਂ ਬੇਅਦਬੀਆਂ ਕਰਾਉਣ ਵਾਲੇ ਦੁਸ਼ਟੋ, ਹੁਣ ਖਾਲਸਾ ਪੰਥ ਜਾਗ ਪਿਆ, ਅਸੀਂ ਕੋਈ ਨਹੀਂ ਬਖਸ਼ਣਾ। ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ, ਜਿੱਥੇ ਕਿਤੇ ਵੀ ਕੋਈ ਵਿਅਕਤੀ ਬੇਅਦਬੀ ਕਰ ਦੇਣ ਆਉਂਦਾ, ਸ਼ਸਤਰਧਾਰੀ ਹੋ ਜਾਓ, ਤਲਵਾਰਾਂ ਵਰਸੇ ਰੱਖੋ, ਸਾਡੇ ਹੱਕ ਨੇ। ਅਸੀਂ ਕਿਸੇ ਨੂੰ ਘਰੇ ਨਹੀਂ ਮਾਰਨ ਜਾਂਦੇ, ਇਹ ਸੁਪਰੀਮ ਕੋਰਟ ਦਾ ਫੈਸਲਾ ਹੈ। ਅਸੀਂ ਭਾਰਤ ਦੇ ਕਾਨੂੰਨ ਦੇ ਵਿੱਚ ਰਹਿ ਕੇ ਸਾਰੇ ਕੰਮ ਕਰਨੇ ਨੇ। ਸੁਪਰੀਮ ਕੋਰਟ ਦਾ ਇਹ ਫੈਸਲਾ ਹੈ, ਤੁਸੀਂ ਪੜ੍ਹ ਲਓ। ਉਹਦੇ ਵਿੱਚ ਲਿਖਿਆ ਜੇ ਕੋਈ ਦੁਸ਼ਟ ਬੰਦਾ ਕਿਸੇ ਘਰ ਦੇ ਉੱਤੇ ਹਮਲਾ ਕਰਦਾ ਤਾਂ ਉਹਦਾ ਜਿਹੜਾ ਪਰਿਵਾਰ ਦਾ ਮੁਖੀ ਆ ਉਹ ਕਾਨੂੰਨ ਹੱਥ 'ਚ ਲੈ ਸਕਦਾ। ਸਾਨੂੰ ਹੱਕ ਆ ਕਾਨੂੰਨ ਹੱਥ 'ਚ ਲੈਣ ਦਾ। ਜੇ ਕੋਈ ਸਾਡੇ ਹਰਿਮੰਦਰ ਸਾਹਿਬ ਦੇ ਉੱਤੇ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਬੇਅਦਬੀ ਕਰਨ ਆਊ, ਉਹਨੂੰ ਬਿਲਕੁਲ ਸੁੱਕਾ ਨਾ ਛੱਡਿਓ, ਬਿਲਕੁਲ ਉਹ ਟੁਕੜੇ ਕਰਕੇ ਵੱਢੋ। ਨਾ ਪੁਲਿਸ ਨੂੰ ਦੇਣਾ, ਕੁਛ ਨਹੀਂ ਕਰਦੀ। ਇਹਨਾਂ ਨੇ ਸਾਨੂੰ ਹੁਣ ਤੱਕ ਮੰਦਬੁੱਧੀ ਕਿਹਾ, ਇਹਨਾਂ ਨੇ ਸਾਨੂੰ ਪਾਗਲ ਕਰਾ ਕੇ ਦੇ ਕੇ ਛੱਡਤਾ। ਕਿਤੇ 295 ਧਾਰਾ ਲਾਤੀ। ਜੇ ਸਰਕਾਰ ਚਾਹੁੰਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਸ਼ੀਆਂ ਨੂੰ ਇਹ ਇਸ ਤਰ੍ਹਾਂ ਨਾ ਕਰੋ, ਤਾਂ ਸਾਡੀ ਅਪੀਲ ਆ ਸਰਕਾਰ ਨੂੰ, ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਾਹੇ ਗੀਤਾ ਹੋਵੇ, ਚਾਹੇ ਕੁਰਾਨ ਹੋਵੇ, ਚਾਹੇ ਬਾਈਬਲ ਹੋਵੇ, ਚਾਹੇ ਰਮਾਇਣ ਹੋਵੇ, ਇਹ ਕਾਨੂੰਨ ਬਣਨਾ ਚਾਹੀਦਾ ਹੈ ਵੀ ਜਿਹੜਾ ਦੁਸ਼ਟ ਆ ਘੱਟ ਤੋਂ ਘੱਟ ਉਹਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ, ਤਾਂ ਕਿ ਉਹਦੀ ਆਤਮਾ ਕੰਬੇ। ਜਦੋਂ ਕਿ ਕਾਨੂੰਨ ਹੀ ਨਹੀਂ, 2 ਮਹੀਨੇ ਬਾਅਦ ਛੱਡਤਾ, ਦੋਸ਼ੀ ਸਾਡੇ ਅੱਖਾਂ ਦੇ ਸਾਹਮਣੇ ਦਰਕਦਾ ਫਿਰਦਾ ਰਹਿੰਦਾ। 15 ਤੋਂ ਲੈ ਕੇ ਹੁਣ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ, ਹਾਰ ਕੇ ਸ਼ਸਤਰ ਸਾਨੂੰ ਚੱਕਣੇ ਪਏ। ਇਸ ਕਰਕੇ ਮੈਂ ਪੰਥ ਨੂੰ ਅਪੀਲ ਕਰੂੰਗਾ, ਤੁਸੀਂ ਜਾਗ ਦਿਓ। ਹੁਣ ਪੰਥ ਜਾਗ ਗਿਆ, ਜਿਹੜੇ ਆਪਣੀਆਂ ਸਰਕਾਰਾਂ ਨੇ ਉਹ ਵੀ ਹੁਣ ਇਹ ਚੇਤਾਵਨੀ ਸਮਝ ਲੈਣ ਖਾਲਸੇ ਦੀ। ਹੁਣ ਤੁਸੀਂ ਇਹ ਨਾ ਕਹੋ ਵੀ ਖਾਲਸਾ ਸੁੱਤਾ ਪਿਆ। ਸ਼ਸਤਰਧਾਰੀ ਸਾਰੇ ਨਿਹੰਗ ਸਿੰਘ ਫੌਜਾਂ ਜਿੰਨੇ ਵੀ ਪੰਜਾਬ ਦੇ ਨੌਜਵਾਨ ਨੇ ਸ਼ਸਤਰਧਾਰੀ ਹੋਵੋ। ਹਰੇਕ ਕੋਲੇ ਵਰਸਾ ਹੋਣਾ ਚਾਹੀਦਾ, ਕਿਰਪਾਨ ਹੋਣੀ ਚਾਹੀਦਾ। ਜੇ ਕੋਈ ਦੁਸ਼ਟ ਇਹੋ ਜਿਹੀ ਕਾਰਵਾਈ ਕਰਦਾ ਤੁਰੰਤ ਉਹਨੂੰ ਝਟਕਾ ਦਿਓ। ਕੋਈ ਕਿਸੇ ਨੂੰ ਫੜਾਉਣ ਦੀ ਲੋੜ ਨਹੀਂ। ਤੁਸੀਂ ਵਧਾਈ ਦੇ ਪਾਤਰ ਹੋ। ਸੁਪਰੀਮ ਕੋਰਟ ਦਾ ਫੈਸਲਾ ਸਾਰਾ ਤੁਸੀਂ ਮੰਨਣਾ ਹੈ। ਆਪਾਂ ਨੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਰੀ ਕਾਰਵਾਈ ਕਰਨੀ ਆ। ਤੇ 2022 ਦੀਆਂ ਇਲੈਕਸ਼ਨਾਂ ਜਿੱਤਣ ਵਾਸਤੇ ਜਿਹੜੇ ਲੋਕ ਪੱਬਾਂ ਭਾਰ ਹੋ ਕੇ ਇਹ ਹਮਲੇ ਕਰਵਾ ਰਹੇ ਨੇ ਗੁਰੂ ਘਰਾਂ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਉੱਤੇ, ਇਹਨਾਂ ਨੂੰ ਆਪਾਂ ਨੇ ਬਾਹਰੇ ਕੱਢਣਾ। ਸਾਰਿਆਂ ਨੂੰ ਤੁਰ ਤੱਕ ਪਹੁੰਚਿਆ ਜਾਊਗਾ। ਜਿਹੜੇ ਰਾਤ ਦੁਸ਼ਟ ਫੜੇ ਨੇ ਉਹਨਾਂ ਤੋਂ ਸ਼੍ਰੋਮਣੀ ਕਮੇਟੀ ਦੱਸੇ ਵੀ ਕੀ ਦੱਸਿਆ ਉਹਨਾਂ ਨੇ ਕੀ ਬਕਿਆ। ਉਹਨਾਂ ਦੀ ਪੂਰੀ ਜਦੋਂ ਹਰਿਮੰਦਰ ਸਾਹਿਬ ਦੇ ਥਾਂ ਪਰ ਥਾਂ ਕੈਮਰੇ ਲੱਗੇ ਹੋਣੇ, ਜਾਂਚ ਹੋਣੀ ਚਾਹੀਦੀ ਆ। ਖਬਰਾਂ ਇਹ ਵੀ ਮਿਲ ਰਹੀਆਂ ਨੇ ਕਿ ਉਹ ਕੱਲ੍ਹ ਦੁਸ਼ਟ ਤਕਰੀਬਨ 11 ਵਜੇ ਹਰਿਮੰਦਰ ਸਾਹਿਬ ਦੇ ਵਿੱਚ ਐਂਟਰ ਹੋ ਗਿਆ ਸੀ। ਉਹਦੇ ਨਾਲ ਹੋਰ ਵੀ ਬੰਦੇ ਸੀਗੇ। ਜਦੋਂ ਸਿੰਘੂ ਬਾਰਡਰ 'ਤੇ ਉਹ ਪਾਪੀ ਨੂੰ ਝਟਕਾਇਆ ਗਿਆ ਸੀ, ਉਹਨੇ ਵੀ ਦੱਸਿਆ ਸੀ 15-20 ਬੰਦੇ ਆ ਅਸੀਂ। ਉਹ ਖਬਰ ਹੁਣ ਕਿੱਥੇ ਕੰਮ ਕਰਨਗੇ। ਇਸ ਕਰਕੇ ਮੇਰੀ ਸੰਗਤਾਂ ਨੂੰ ਅਪੀਲ ਹੈ, ਸੁਚੇਤ ਹੋਵੋ। ਕੋਈ ਵੀ ਗੁਰੂ ਘਰ ਦਾ ਜਿਹੜਾ ਹੈਗਾ ਪਹਿਰਾ ਸਖਤ ਕਰ ਦਿਓ। ਜੇ ਕਿਤੇ ਕੋਈ ਦੁਸ਼ਟ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਚਲਿਆ ਗਿਆ ਤਾਂ ਫਿਰ ਉੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ, ਪ੍ਰਧਾਨ ਹੈ, ਉਹ ਜ਼ਿੰਮੇਦਾਰ ਹੋਣਗੇ, ਉਹ ਵੀ ਸਜ਼ਾ ਦੇ ਹੱਕਦਾਰ ਹੋਣਗੇ। ਇਸ ਕਰਕੇ ਪਹਿਰੇ ਤਕੜੇ ਕਰ ਦਿਓ। ਸਾਨੂੰ ਕੋਈ ਡਰਨ ਦੀ ਲੋੜ ਨਹੀਂ। ਪੁਲਿਸ ਤੋਂ ਥਾਂ ਪਰ ਝਟਕਾ ਦਿਓ। ਜਿਵੇਂ ਅੱਜ ਕਪੂਰਥਲੇ ਦੇ ਵਿੱਚ ਪੁਲਿਸ ਦੇ ਸਾਹਮਣੇ ਸਿੰਘਾਂ ਨੇ ਉਹਨੂੰ ਟੁਕੜੇ ਕਰੇ ਆ। ਤੁਸੀਂ ਵਧਾਈ ਦੇ ਪਾਤਰ ਹੋ, ਫੇਰ ਹੀ ਗੱਲ ਬਣਨੀ ਆ। ਅਸੀਂ ਖਾਲਸਾਈ ਪਰੰਪਰਾ ਨੂੰ ਕਾਮਯਾਬ ਕਰਨਾ ਹੈ। ਸਾਡਾ ਖਾਲਸਾ ਰਾਜ ਕਾਇਮ ਕਰਨਾ ਅਸੀਂ ਨੇ। ਇਹ ਤਾਂ ਸਰਕਾਰਾਂ ਚੱਲਦੀਆਂ ਰਹਿੰਦੀਆਂ ਨੇ, ਕਦੇ ਕਿਸੇ ਦੀ ਆ ਗਈ 5 ਸਾਲ ਬਾਅਦ, ਕਦੇ ਕਿਸੇ ਦੀ। ਸਾਨੂੰ ਗੁਰੂ ਪਾਤਸ਼ਾਹ ਨੇ ਹਲੀਮੀ ਰਾਜ ਬਖਸ਼ਿਆ। ਅਸੀਂ ਇੱਥੋਂ ਦੇ ਵਸਿੰਦੇ ਆ, ਅਸੀਂ ਕਿਸੇ ਦੇ ਘਰੇ ਨਹੀਂ ਜਾਂਦੇ। ਜਿਹੜਾ ਸਾਡੇ ਕੋਈ ਘਰ 'ਤੇ ਚੜ੍ਹ ਕੇ ਆਉਂਦਾ ਬਿਲਕੁਲ ਤੁਰੰਤ ਸੋਧ ਦਿਓ। ਕੋਈ ਵੀ ਲਿਹਾਜ਼ ਰੱਖਣ ਦੀ ਲੋੜ ਨਹੀਂ। ਹੁਣ ਜਿਹੜੇ ਉਦੋਂ ਹਮਾਇਤਾਂ ਭਾਲਦੇ ਸੀ ਵੀ ਸਾਨੂੰ ਹੁਣ ਸਬੂਤ ਦਿਓ, ਉਹ ਹੁਣ ਭੌਂਕਣ, ਉਹ ਬੋਲਣ। ਆ ਦੇਖੋ ਤੁਹਾਡੇ ਸਾਹਮਣੇ ਸਬੂਤ ਨੇ। ਸਾਡੇ ਜਿਹੜੇ ਗੁਰੂ ਘਰ ਦੇ ਆਊਗਾ ਚੜ੍ਹ ਕੇ, ਇਸੇ ਤਰ੍ਹਾਂ ਦੀ ਸੇਵਾ ਪਾਣੀ ਕਰੋ। ਬਿਲਕੁਲ ਅਸੀਂ ਤੁਹਾਡੇ ਨਾਲ ਹੈ। ਕੁਛ ਨਹੀਂ ਹੁੰਦਾ ਜੇ 2-4 ਸਾਲ ਅਸੀਂ ਗੁਰੂ ਸਾਹਿਬ ਦੇ ਵਾਸਤੇ ਕੱਟਿਆਵਾਂਗੇ। ਸਾਨੂੰ ਗੁਰੂ ਸਾਹਿਬ ਦੀ ਇੱਜ਼ਤ ਦਾ ਖਿਆਲ ਰੱਖਣਾ ਚਾਹੀਦਾ, ਅਜ਼ਮਤ ਦਾ ਖਿਆਲ ਰੱਖਣਾ ਚਾਹੀਦਾ। ਅਸੀਂ ਸਾਰਿਆਂ ਨੂੰ ਕਹਿੰਦੇ ਵਧਾਈ ਦੇ ਪਾਤਰ ਹੋ ਤੁਸੀਂ। ਆਓ ਰਲ ਕੇ ਆਪਣੇ ਪੰਜਾਬ ਨੂੰ ਸੁਚੱਜਾ ਬਣਾਈਏ। ਚੰਗੇ ਜਿਹੜੇ 22 ਦੇ ਵਿੱਚ ਇਲੈਕਸ਼ਨ ਦੇ ਹੋ ਰਹੀ ਆ,
ਉਹ ਚੰਗੇ ਉਮੀਦਵਾਰ ਨੇ, ਤੁਸੀਂ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਚਾਹੇ CM ਹੋਵੇ, ਚਾਹੇ ਪ੍ਰਧਾਨ ਮੰਤਰੀ ਹੋਵੇ, ਚਾਹੇ DC ਹੋਵੇ, ਚਾਹੇ ਅਕਾਲ ਤਖਤ ਦਾ ਜਥੇਦਾਰ ਹੋਵੇ, ਚਾਹੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ, ਚਾਹੇ ਗੁਰਦੁਆਰਿਆਂ ਦੇ ਪ੍ਰਧਾਨ ਹੋਣ, ਮੈਂ ਸਾਰਿਆਂ ਨੂੰ ਅਪੀਲ ਕਰਦਾ, ਚਾਹੇ ਉਹ ਕੁਰਸ ਉੱਚ ਕੋਟੀਆਂ ਦੇ ਸਾਡੇ ਅਫਸਰ ਹੋਣ, DC ਹੋਵੇ, SSP ਹੋਵੇ, DSP ਹੋਵੇ, ਥਾਣੇਦਾਰ ਹੋਵੇ, ਮੈਂ ਸਾਰਿਆਂ ਨੂੰ ਅਪੀਲ ਕਰਦਾ ਤੁਸੀਂ ਇਮਾਨਦਾਰੀ ਨਾਲ ਬੈਠ ਕੇ ਕੰਮ ਕਰੋ। ਜੇ ਤੁਸੀਂ ਇਮਾਨਦਾਰੀ ਵਰਤੋਗੇ ਤਾਂ ਪੰਜਾਬ ਦਾ ਭਲਾ ਹੋ ਸਕਦਾ। ਉੱਚ ਅਹੁਦੇ ਤੇ ਤੁਹਾਨੂੰ ਵੋਟਾਂ ਪਾ ਕੇ ਤਾਂ ਹੀ ਬਣਾਇਆ ਜਾਂਦਾ ਨਾ ਵੀ ਤੁਸੀਂ ਕੰਮ ਕਰੋ। ਜੋ ਤੁਸੀਂ ਕੰਮ ਨਹੀਂ ਕਰਦੇ, ਲੋਕਾਂ ਦੇ ਕੰਮ ਨਹੀਂ ਕਰਨੇ, ਹੋਰ ਲੋਕ ਕੀ ਕਰਨਗੇ ਕੀ? ਇਸ ਕਰਕੇ ਇਮਾਨਦਾਰੀ ਨਾਲ ਕੰਮ ਕਰੋ, ਪੰਜਾਬ ਦਾ, ਭਾਰਤ ਦਾ ਭਲਾ ਹੋ ਸਕੇ। ਤੁਹਾਨੂੰ ਜਿਹੜੇ ਕਾਨੂੰਨ ਉਹ ਹੱਥ ਵਿੱਚ ਨਾ ਲੈਣੇ ਪੈਣ, ਸਾਨੂੰ ਮਜਬੂਰ ਨਾ ਕਰੋ। ਅਸੀਂ ਇੱਥੋਂ ਦੇ ਵਸਿੰਦੇ ਹਾਂ, ਭਾਰਤ ਦੇ ਵਿੱਚ ਰਹਿਣ ਵਾਲੇ ਹਾਂ, ਅਸੀਂ ਭਾਰਤੀ ਲੋਕ ਹਾਂ, ਬਾਹਰੋਂ ਨਹੀਂ ਆਏ ਹੋਏ ਇੱਥੇ ਦੇ। ਸਾਨੂੰ ਬੇਗੈਰਤ ਨਾ ਸਮਝੋ, ਸਾਨੂੰ ਇਨਸਾਫ ਦਿਓ। 2015 ਦੀਆਂ ਬੇਅਦਬੀਆਂ ਦਾ ਇਨਸਾਫ ਚਾਹੀਦਾ ਹੈ। ਜਿਹੜੇ ਬੰਦੀ ਸਿੰਘ ਨੇ ਸਾਡੇ, ਉਹ 9 ਸਿੰਘ ਉਹ ਸਾਰੇ ਰਿਹਾ ਕਰਨੇ ਚਾਹੀਦੇ ਨੇ। ਸਰਕਾਰ ਨੂੰ ਇਹ ਬੇਨਤੀਆਂ ਨੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ? ਕੱਲ੍ਹ ਦਰਬਾਰ ਸਾਹਿਬ ਹੋਇਆ ਤੇ ਅੱਜ ਕਪੂਰਥਲਾ ਸਾਹਿਬ ਹੋਇਆ, ਕੀ ਕਹਿਣਾ ਚਾਹੁੰਦੇ? ਦੇਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਜਰਨੈਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬਾਬਾ ਜੀਵਨ ਸਿੰਘ, ਨਿਹੰਗ ਸਿੰਘ ਖਾਲਸਾ ਦਲ, ਦਾਸ ਬਾਬਾ ਕੁਲਵਿੰਦਰ ਸਿੰਘ ਜੀ, ਇੱਧਰ ਮਿਸਲ ਬਾਬਾ ਸੰਗਤ ਸਿੰਘ ਜੀ, ਜਹਦਰ ਬਾਬਾ ਰਾਜ ਸਿੰਘ ਰਾਜਾ ਜੀ, ਅਰਬਾ ਖਰਬਾ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਨ 15 ਤੋਂ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਰਹੀ ਆ, ਅਤੇ ਬੇਅਦਬੀ ਦਾ ਦੌਰ ਕੋਈ ਨਾ ਫੈਸਲਾ ਮਿਲਣ ਕਰਕੇ ਸਰਕਾਰ ਦਾ ਤੁਸੀਂ ਦੇਖੋ ਵੀ ਕਿੰਨੀਆਂ 250-300 ਬੇਅਦਬੀਆਂ ਪੂਰੇ ਪੰਜਾਬ 'ਚ ਹੋਈਆਂ। ਕੋਈ ਸਰਕਾਰ ਵੱਲੋਂ ਇਨਸਾਫ ਨਹੀਂ ਮਿਲਿਆ, ਕੋਈ ਪ੍ਰਸ਼ਾਸਨ ਵੱਲੋਂ ਇਨਸਾਫ ਨਹੀਂ ਮਿਲਿਆ। ਇਸ ਕਰਕੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਨੂੰ 1 ਸਾਲ ਤੋਂ ਕਿਸਾਨੀ ਸੰਘਰਸ਼ ਚੱਲਦਾ ਆ ਰਿਹਾ ਸੀ ਦਿੱਲੀ ਦੇ ਵਿੱਚ। ਦੇਖੋ ਉੱਥੇ ਵੀ ਕਿੱਡੀ ਵੱਡੀ ਘਟਨਾ ਹੋਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ। ਉੱਥੇ ਉਹਨੂੰ ਸੋਧਾ ਲਾਇਆ ਗਿਆ, ਸੋਧਾ ਲਾਇਆ, ਇੱਕ ਮਜਬੂਰੀ ਬਣ ਗਈ ਕਿਉਂਕਿ ਸਾਡੀ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਗੁਰੂ ਨੂੰ, ਇੰਨੀਆਂ ਬੇਅਦਬੀ ਹੋ ਰਹੀ ਹੈ। ਜਾਂ ਤਾਂ ਰਾਜਨੀਤਿਕਾਂ ਦਾ ਕੰਮ ਹੈ, ਜਿਹੜੀ ਸਿਆਸਤ ਚੱਲਦੀ ਵੀ ਪੰਜਾਬ ਦੇ ਵਿੱਚ, ਦੇਖੋ ਕਿੰਨੀ ਮਾੜੀ ਗੱਲ ਆ। ਦੇਖੋ ਕੱਲ੍ਹ ਦੇਖੋ ਸਾਡੇ ਕਿੱਥੇ ਹੱਥ ਪਾਇਆ ਗਿਆ, ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ, ਜਿਹੜਾ ਕਿ ਪੂਰੀ ਦੁਨੀਆ ਉੱਥੇ ਝੁਕਦੀ ਆ ਕੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਦੋਸ਼ੀ ਪਹੁੰਚਿਆ, ਜਿੱਥੇ ਕਿ ਉੱਥੇ ਵੀ ਉਹ ਦੁਸ਼ਟ ਦਾ ਸੌਦਾ ਲਾਇਆ ਗਿਆ ਹੈ। ਤੇ ਅੱਜ ਦੇਖੋ ਕਪੂਰਥਲੇ ਗੁਰੂ ਘਰ ਦੇ ਵਿੱਚ ਜਿੱਥੇ ਬੇਅਦਬੀ ਕਰਨ ਗਿਆ, ਉੱਥੇ ਵੀ ਸੋਧ ਦਿੱਤਾ ਗਿਆ ਨਿਹੰਗ ਸਿੰਘਾਂ ਵੱਲੋਂ ਜਾਂ ਸੰਗਤ ਵੱਲੋਂ। ਦੇਖੋ ਇੱਕ ਸਾਨੂੰ ਇੱਕ ਨੱਥ ਪਾਉਣੀ ਪੈਣੀ ਹੈ ਸਰਕਾਰ ਨੂੰ ਵੀ, ਕਿਉਂਕਿ ਪ੍ਰਸ਼ਾਸਨ ਦੇਖੋ ਕੀ ਕਰ ਰਿਹਾ ਹੈ, ਸਰਕਾਰਾਂ ਕੀ ਕਰ ਰਹੀ ਹੈ। ਜਿਹੜੇ ਪੰਥ ਦੇ ਦੋਖੀ ਆ, ਪੰਥ ਦੇ ਖਿਲਾਫ ਸਰਕਾਰਾਂ ਨੇ ਸ਼ਾਸਤਰ ਜਾਰੀਆ RSS ਦੇ ਗੁੰਡੇ ਜਿਹੜੇ, ਦੇਖੋ ਤੁਸੀਂ ਕਿੱਥੋਂ ਤੱਕ ਪਹੁੰਚਦੇ ਆ। ਸਾਡੇ ਗੁਰੂ ਘਰਾਂ 'ਚ ਬੇਅਦਬੀ ਹੋ ਰਹੀ ਹੈ, ਸਾਡੇ 'ਚ ਦੇਖੋ ਬੇਅਦਬੀ ਹੁੰਦੀ ਅੱਜ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਤੱਕ ਪਹੁੰਚ ਗਈ, ਕਪੂਰਥਲੇ ਹੋਈ। ਦੇਖੋ ਸਰਕਾਰਾਂ ਨੇ ਬੜਿਆਂ ਨੇ ਜਿਹੜੇ ਗੁਰੂ ਦੇ ਦੋਖੀ ਆ, ਪੰਥ ਦੇ ਦੋਖੀ ਆ, ਢੰਡਰੀਆਂ ਵਾਲੇ ਵਰਗੇ ਸੰਤ ਵੀ, ਦੇਖੋ ਉਹਦੀ ਹੁਣ ਜ਼ੁਬਾਨ ਨਹੀਂ ਖੁੱਲੀ ਅਜੇ ਤੱਕ। ਜਦੋਂ ਉੱਥੇ ਬੇਅਦਬੀ ਹੋਈ ਸੀ ਉਹ ਪ੍ਰੂਫ ਮੰਗਦਾ ਸੀ, ਸਬੂਤ ਮੰਗਦਾ ਸੀ। ਉਹਨੂੰ ਹੁਣ ਕੋਈ ਪੁੱਛਣ ਨਾਲ ਹੋਏ ਵੀ ਹੁਣ ਤੇ ਤੈਨੂੰ 2 ਪ੍ਰੂਫ ਮਿਲ ਗਏ ਆ, ਬੇਅਦਬੀ ਵਾਲੇ ਦੀ ਵੀਡੀਓ ਵੀ ਆ ਗਈਆਂ ਸਾਹਮਣੇ, ਹੁਣ ਨਹੀਂ ਤੂੰ ਬੋਲਦਾ, ਹੁਣ ਜ਼ਬਾਨ ਕੋਲ। ਕਿਉਂਕਿ ਪੰਥ ਜਿਹੜੇ ਦੋਖੀ ਹੈ, ਕਿਉਂਕਿ ਜਿਹੜਾ ਕਿਸਾਨੀ ਸੰਘਰਸ਼ ਵੀ ਲੜਿਆ ਸੀ ਨਿਹੰਗ ਸਿੰਘਾਂ ਨੇ, ਜਥੇਬੰਦੀਆਂ ਨੇ, ਅਸੀਂ ਨਿਸ਼ਾਨ ਸਾਹਿਬਾਂ ਦੀ ਗਵਾਹੀ ਹੇਠ ਲੜਿਆ ਸੀ, ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਅਸੀਂ ਅਕਾਲ ਤਖਤ ਸਾਹਿਬ ਪਹੁੰਚੇ 15 ਤਰੀਕ ਨੂੰ, ਉੱਥੇ ਸਮਾਪਤੀ ਦੀ ਅਰਦਾਸ ਕੀਤੀ। ਉੱਥੇ ਵੀ ਪੰਥ ਦੇ ਬੜੇ ਦੋਖੀ ਸੀ ਜਿਹੜੇ ਪੰਥ ਦੇ ਨਾਲ ਨਹੀਂ ਪਹੁੰਚੇ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕੀਤਾ। ਅਸੀਂ ਰਾਜਨੀਤੀ ਨੂੰ ਵੀ ਗਾਂ ਹੀ ਕਹਿੰਦੇ ਵੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ, ਗੰਦੀ ਰਾਜਨੀਤੀ ਨਹੀਂ ਹੋਣ ਦੇਣੀ। ਜਿਹੜੀ ਰਾਜਨੀਤੀ ਹੋਣੀ ਚਾਹੀਦੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋਵੇ, ਨਿਸ਼ਾਨ ਸਾਹਿਬਾਂ ਦੀ ਗਵਾਹੀ ਹੇਠ ਹੋਣੀ ਚਾਹੀਦੀ ਹੈ, ਤੇ ਨਾ ਕਿ ਜਿਹੜੇ ਪੰਥ ਦੇ ਦੋਖੀ, ਜਿਹੜੀ ਗੁਰੂ ਘਰਾਂ ਦੀ ਬੇਅਦਬੀ ਵਧੇ। ਹੋਰ ਕਿਤੇ ਕਿਉਂ ਨਹੀਂ ਬੇਅਦਬੀ ਹੁੰਦੀ? ਜੇ ਹੁੰਦੀ ਤਾਂ ਸਿਰਫ ਪੰਜਾਬ ਦੇ ਵਿੱਚ ਜ਼ਿਆਦਾ ਬੇਅਦਬੀ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਟਾਰਗੇਟ ਕੀਤਾ ਜਾਂਦਾ। ਜਦੋਂ ਸਾਡਾ ਹਰਿਮੰਦਰ ਸਾਹਿਬ ਦੇਖ ਲਓ, ਸਾਰੇ ਧਰਮਾਂ ਦਾ ਸਾਂਝਾ ਹੈ, ਹਿੰਦੂ ਧਰਮ ਵੀ ਆਉਂਦਾ ਹੈ, ਕ੍ਰਿਸਚਨ ਵੀ ਆਉਂਦਾ ਹੈ, ਮੁਸਲਮਾਨ ਵੀ ਆਉਂਦਾ ਹੈ। ਜਦੋਂ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ, ਸਾਡੇ ਗੁਰੂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ? ਇਸ ਕਰਕੇ ਪ੍ਰਸ਼ਾਸਨ ਨੂੰ ਵੀ, ਸਰਕਾਰਾਂ ਨੂੰ ਵੀ ਇਹ ਚੀਜ਼ 'ਤੇ ਨੱਥ ਪਾਉਣੀ ਚਾਹੀਦੀ ਹੈ। ਜੇ ਸਰਕਾਰਾਂ ਨੇ ਨਾ ਨੱਥ ਪਾਈ, ਜਿਵੇਂ ਹੁਣ ਇੱਕ ਦੋਸ਼ੀ ਦਿੱਲੀ ਸੋਧਿਆ ਗਿਆ, ਇੱਕ ਦਰਬਾਰ ਸਾਹਿਬ ਸੋਧਿਆ ਗਿਆ, ਕਪੂਰਥਲੇ ਸੋਧਿਆ ਗਿਆ, ਜੇ ਪ੍ਰਸ਼ਾਸਨ ਨੇ ਨਾ ਨੱਥ ਪਾਈ, ਸਰਕਾਰਾਂ ਨੇ, ਅਸੀਂ ਰਾਜਨੀਤੀ ਨੂੰ ਵੀ ਇਹੀ ਕਹਿੰਦੇ ਹਾਂ ਵੀ ਆਉਣ ਵਾਲੇ ਟਾਈਮ 'ਤੇ ਸਾਡੀ ਪੰਥ ਦੀ ਸਰਕਾਰ ਉਹ ਹੋਵੇ ਜਿਹੜਾ ਸਾਨੂੰ ਇਨਸਾਫ ਦੇਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕੀ ਜਾਵੇ। ਕਿਸੇ ਵੀ ਧਰਮ ਦਾ ਜਿਹੜਾ ਸਤਿਕਾਰ ਹੈ, ਉਹ ਸਤਿਕਾਰ ਬਹਾਲ ਹੋਣਾ ਚਾਹੀਦਾ ਹੈ। ਬਾਬਾ ਜੀ ਆਪਾਂ ਗੱਲ ਕਰੀਏ ਅੱਗੇ ਬੇਅਦਬੀ ਹੁੰਦੀ ਹੈ ਤਾਂ ਮਤਲਬ ਕੇਸ ਚੱਲਦੇ ਰਹਿੰਦੇ ਨੇ, ਜੇ ਕੋਈ ਕਾਰਵਾਈ ਤਰੀਕੇ ਨਾਲ ਹੁੰਦੀ ਨਹੀਂ ਸਰ, ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇ ਜਿਹੜੇ ਕੇਸ ਹੈਗੇ ਜੀ? ਉਹੀ ਗੱਲ ਚੱਲਦੀ, ਜਿਹੜਾ ਬੰਦਾ ਹੀ ਪੁਲਿਸ ਨੂੰ ਫੜ ਕੇ ਦੇ ਦਿੰਦੇ ਆ, ਉਹ ਜਾਂ ਤੇ ਕਹਿੰਦੇ ਜੀ ਮਤ ਬੁੱਧੀ ਆ, ਜਾਂ ਕਹਿੰਦੇ ਪਾਗਲ ਕਰਾਰ ਦੇ ਦਿੰਦੇ ਆ। ਇਹ ਸਾਨੂੰ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਜਿਹੜਾ ਅਸੀਂ ਫੈਸਲੇ, ਕੱਟੜ ਫੈਸਲੇ ਲੈਣੇ ਪੈਂਦੇ, ਇੱਕ ਮਜਬੂਰੀ ਬਣ ਗਈ ਸਾਡੀ। ਦੇਖੋ ਤੁਸੀਂ ਜੇ ਹਰਿਮੰਦਰ ਸਾਹਿਬ ਦੁਸ਼ਟ ਕੱਲ੍ਹ ਸੋਧਿਆ,
ਅੱਜ ਕਪੂਰਥਲੇ ਸੋਧ ਦਿੱਤਾ ਹੈ, ਸਿੰਘੂ ਬਾਰਡਰ ਤੇ ਸੋਧਿਆ ਗਿਆ। ਇੱਕ ਸਾਡੀ ਇਹ ਮਜਬੂਰੀ ਹੈ, ਸਾਨੂੰ ਹਾਲਾਤ ਦੇਖ ਕੇ ਨੱਥ ਪਾਉਣੀ ਪਈ ਆ। ਜੇ ਪ੍ਰਸ਼ਾਸਨ ਸਰਕਾਰਾਂ ਨੇ ਗਾਂ ਨਾ ਕੰਟਰੋਲ ਕੀਤਾ, ਇਹਦਾ ਇਲਜ਼ਾਮ ਇਹੀ ਹੋਣਾ, ਕਿਉਂਕਿ ਅਸੀਂ ਸਾਡੇ ਲਈ ਗੁਰੂ ਦੇ ਉੱਤੇ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਈ ਨਹੀਂ ਹੈਗਾ। ਇਸ ਕਰਕੇ ਅਸੀਂ ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਵੀ ਇਹ ਚੀਜ਼ ਤੇ ਨੱਥ ਪਾਈ ਜਾਵੇ। ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹੈ? ਸੰਗਤ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਸੰਗਤ ਆਪਣਾ ਤਿਆਰ ਪਰ ਤਿਆਰ ਹੋ ਕੇ, ਜਿਹੜੀ ਗਾਂ ਹੁਣ 22 ਦਾ ਇਲੈਕਸ਼ਨ ਆ ਗਿਆ ਹੈ, ਜੇ ਸਾਡੇ ਗੁਰੂ ਦੀ ਇਸ ਤਰ੍ਹਾਂ ਹੀ ਬੇਅਦਬੀ ਹੋਏਗੀ, ਅਸੀਂ ਪੰਥ ਦੇ ਦੋਖੀਆਂ ਤੋਂ ਪਿੱਛੇ ਹਟੀਏ। ਜਿਹੜੀ ਰਾਜਨੀਤੀ ਵੀ ਨੇ ਵਧੀਆ ਕਰੀਏ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੇ, ਨਿਸ਼ਾਨ ਸਾਹਿਬ ਦਾ ਸਤਿਕਾਰ ਕਰੇ। ਪੰਜਾਬ ਦੇ ਵਿੱਚ ਏਡੀ ਮਾੜੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿ ਗੁਰੂ ਦੀ ਬੇਅਦਬੀ ਹੋਵੇ। ਦੇਖੋ ਪੰਜਾਬ 'ਚ ਹੀ ਹੋ ਰਹੀ ਹੈ, ਹੋਰ ਕਿਤੇ ਕਿਉਂ ਨਹੀਂ ਹੋ ਰਹੀ ਹੈ। ਇਸ ਕਰਕੇ ਜਿਹੜੀ ਰਾਜਨੀਤੀ ਵੀ ਗਾਂ ਹੋਣੀ ਚਾਹੀਦੀ ਪੰਜਾਬ ਦੇ ਵਿੱਚ। ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ, ਸੰਗਤ ਨੂੰ, ਪੰਜਾਬ ਦੇ ਯੂਥ ਨੂੰ, ਵੀ ਇੰਨਾ ਵਧੀਆ ਹੀ ਪ੍ਰਸ਼ਾਸਨ ਪੰਜਾਬ ਦੇ ਵਿੱਚ ਤੁਸੀਂ ਕਾਇਮ ਕਰੋ, ਜਿਹੜੀ ਸਾਡੀ ਗੁਰੂ ਦੀ ਰੱਖਿਆ ਕੀਤੀ